दैनिक सवेरा टीवी देख रहे सारे दर्शकों का स्वागत है। गल असीं करांगे पंजाब के सियासी माहौल की। साडे नाल ने सीनियर पत्रकार अजय भारद्वाज जो पंजाब की सियासी रमज चंगी तरह जानते हैं। इन्हां तो पुछदे हां कि वख-वख सियासी पार्टियां नूं आउण वाले दिनां दौरान किहड़ियां-किहड़ियां दिक्कतां आ सकदियां ने, क्योंकि दिल्ली दे बरूहां तो किसान पंजाब वापस आ गए ने। पंजाब की सियासत बारे किसान लीडर जरूर सोचणगे जिस तरह का हुण तक का जो माहौल बनया होया। भारद्वाज जी, की लगता है कि किसान लीडर पंजाब च पहुँच गए ने? पहला मोदी खिलाफ एनर्जी लगती सी, बीजेपी खिलाफ उन्होंने एनर्जी लगती सी, हुण पंजाब की सियासत वाला माहौल भी गर्म हो गया। इस माहौल दे विच किसान लीडर की कुछ कर सकते हैं, की चुनौती दे सकते हैं वख-वख सियासी पार्टियां नूं? देखो, एक बड़ा वड्डा टर्न हैगा इस वेले पंजाब की सियासत दे विच, क्योंकि एजुटेशन वापस हो गया, किसान वापस आ गए ने पिंड च। हुण चर्चा कई किस्म की चल रही। ਸਭ ਤੋਂ ਵੱਡੇ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਨਾਲ ਖੜੀ ਪੰਜਾਬ ਸਰਕਾਰ। ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ। ਇਹ ਸਰਕਾਰ ਪੰਜਾਬ ਦੇ ਵਿੱਚ ਕਿਸਾਨ ਹਿਤੈਸ਼ੀ ਹੈ, ਮਜ਼ਦੂਰ ਹਿਤੈਸ਼ੀ ਹੈ, ਹਰ ਵਰਗ ਦੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ। ਤੇ ਜਿਹੜੇ ਕਿਸਾਨ ਮੈਂ ਪਹਿਲਾਂ ਐਲਾਨ ਕਰ ਚੁੱਕਿਆ, ਇਹਦੇ ਵਿੱਚ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਆ। ਇਹ ਕੋਈ ਮੈਂ ਅੱਜ ਨਹੀਂ ਕਹਿ ਰਿਹਾ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਤੇ ਅਸੀਂ ਦੇ ਵੀ ਰਹੇ ਨੌਕਰੀਆਂ। ਅਸੀਂ ਸਾਰਿਆਂ ਨੂੰ ਉਹਨਾਂ ਨੂੰ ਇੱਕ ਪਰਿਵਾਰ ਨੂੰ ਨੌਕਰੀ ਦੇਵਾਂਗੇ। ਸੀਐਮ ਚੰਨੀ ਨੇ ਘਰ ਜਾ ਕੇ ਖੁਦ ਪਰਿਵਾਰ ਨੂੰ ਸੌਂਪੇ ਨਿਯੁਕਤੀ ਪੱਤਰ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ। ਕਿਸਾਨਾਂ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਬਣਾਏਗੀ ਵੱਡਾ ਮੈਮੋਰੀਅਲ। ਇੱਕ ਮੈਮੋਰੀਅਲ ਇਸ ਸੰਘਰਸ਼ ਦੇ ਨਾਮ ਤੇ ਕਿਸਾਨ ਯੂਨੀਅਨ ਜਿਸ ਤਰ੍ਹਾਂ ਉਹਦਾ ਨਾਮ ਦੱਸਾਂਗੇ, ਐਸੀ ਇੱਕ ਪੰਜਾਬ ਦੇ ਵਿੱਚ ਢੁਕਵੀਂ ਜਗ੍ਹਾ ਤੇ ਵੱਡਾ ਮੈਮੋਰੀਅਲ ਇਸ ਸੰਘਰਸ਼ ਦੇ, ਕਿਉਂਕਿ ਲੋਕਾਂ ਦਾ ਸੰਘਰਸ਼ ਹੈ। ਆਜ਼ਾਦੀ ਤੋਂ ਬਾਅਦ ਜੇ ਕੋਈ ਵੱਡਾ ਸੰਘਰਸ਼ ਚੱਲਿਆ ਤਾਂ ਇਹ ਹੈ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ। चल रही है कि वो अपनी पोलीटिकल पार्टी बनाएंगे, जो अपनी पोलीटिकल पार्टी नहीं बनाते तो वो सपोर्ट की करनगे। आप ये मान के चलिए कि किसान इस वेले पंजाब के अंदर जिस तरह का माहौल बनाया मोदी गवर्नमेंट ने, पंजाब का किसान, पंजाब की किसानियत एक बड़ी वड्डी फोर्स बन गई है पंजाब के अंदर। पोलीटिकल जिहड़ा पोलीटिकल नैरेटिव डिस्टर्ब कर सकती है, बदल सकती है। तो ये हुण अगले आने वाले दिनों ही पता लगेगा कि किसान फैसला की करते हैं, किसान नेता की फैसला करते हैं, वो की दिशा देंदे ने, कि वो खुद लड़ना चाहते हैं या किसी पोलीटिकल पार्टी नूं सपोर्ट देंदे ने, या सिलैक्टिवली पोलीटिकल पार्टीज़ नूं कैंपेन करन देंदे ने। जिद्दां आपां देखदे हां कि किसी भी पोलीटिकल पार्टी ने किसान अंदोलन दे विच अगर कोई स्टेज लगाने की कोशिश की या कोई गल करने की कोशिश की तो उन्हां दे खिलाफ खड़े हो जाते सीगे। बीजेपी नूं तो इत्थे तक प्रॉब्लम आ गई सी कि वो मीटिंग भी नहीं सी कर सकते अपने शहरों दे विच। ਆਪਾਂ ਰਾਜਪੁਰੇ ਦੇਖਿਆ ਹੀ ਸੀਗਾ ਇੰਸੀਡੈਂਟ ਹੋਇਆ, ਜਿੱਥੇ ਸਾਰੀ ਰਾਤ ਉੱਥੇ ਬਾਹਰ ਕਿਸਾਨ ਬੈਠੇ ਰਹੇ ਤੇ ਪੁਲਿਸ ਵਾਲੇ ਫਿਰ ਬੀਜੇਪੀ ਨੂੰ ਲੈ ਕੇ ਗਏ। ਬੀਜੇਪੀ ਦੇ ਇੱਕ ਐਮਐਲਏ ਨਾਲ ਵੀ ਉਹਨਾਂ ਨੇ ਉਹ ਸਾਰਾ ਕੀਤਾ। ਤੋਂ ਹੁਣ ਕੀ ਇਹ ਸਾਰੇ ਮਾਹੌਲ ਦੇ ਵਿੱਚੋਂ ਕਿਹੜੀ ਪਾਰਟੀ ਕਿੰਨੀ ਕੁ ਅੱਗੇ ਨਿਕਲ ਕੇ ਆਉਂਦੀ ਹੈ ਕਿਸਾਨਾਂ ਦੇ ਸੰਦਰਭ 'ਚ, ਇਹ ਮੈਨੂੰ ਲੱਗਦਾ ਅਗਲੇ ਹਫ਼ਤੇ 10 ਦਿਨ 'ਚ ਹੀ ਪਤਾ ਲੱਗੇਗਾ। ਪਰ ਜੀ ਆਪਾਂ ਸਪਸ਼ਟ ਗੱਲ ਕਰਨੀ ਹੋਵੇ ਤਾਂ ਅਕਾਲੀ ਦਲ ਪ੍ਰਤੀ ਵੀ ਰਵੱਈਆ ਸਹੀ ਨਹੀਂ ਸੀ ਕਿਸਾਨਾਂ ਦਾ, बीजेपी प्रति तो बिल्कुल माड़ा सीगा। ये दो पार्टियां नूं ज़्यादा दिक्कत आउण वालियां ने, क्योंकि कांग्रेस दे जिहड़ी सरकार सी पंजाब दे विच उन्होंने किसानी अंदोलन दी नूं सपोर्ट किया। आम आदमी पार्टी ने भी सीधा आपां कह सकते हैं कि किसानां दी सीधे तौर पर हिमायत की। ਜਿਹੜੀਆਂ ਦੋ ਪਾਰਟੀਆਂ ਨੇ ਇਹਨਾਂ ਨੂੰ ਜ਼ਿਆਦਾ ਦਿੱਕਤ ਬਣ ਸਕਦੀ ਹੈ ਦੂਜਿਆਂ ਦੇ ਮੁਕਾਬਲੇ। ਦੇਖੋ, ਮੈਂ ਤੁਹਾਨੂੰ ਇੱਕ ਵੱਡੀ ਗੱਲ, ਵੱਡੀ ਨਹੀਂ ਮਤਲਬ ਅੰਡਰਲਾਈਨਿੰਗ ਗੱਲ ਦੱਸਣਾ ਚਾਹੁੰਦਾ। ਕਿਸਾਨ ਅੰਦੋਲਨ ਦੀ ਸਕਸੈਸ ਦਾ ਸਭ ਤੋਂ ਵੱਡਾ ਕਾਰਨ ਇਹੀ ਸੀ ਕਿ ਉਹਨਾਂ ਨੇ ਸਿਆਸਤ ਆਪਣੀ ਸਟੇਜ 'ਤੇ ਨਹੀਂ ਆਉਣ ਦਿੱਤੀ। ਉਹਨਾਂ ਨੇ ਕਿਸੇ ਪੋਲੀਟੀਕਲ ਪਾਰਟੀ ਨੂੰ ਸਟੇਜ 'ਤੇ ਨਹੀਂ ਆਉਣ ਦਿੱਤਾ। ਉਹਨਾਂ ਨੇ ਕਿਹਾ ਤੁਸੀਂ ਕਿਸਾਨੀ ਦੇ ਮਸਲੇ 'ਤੇ ਕੀ ਕਰਨਾ, ਸਿਆਸਤ ਨਹੀਂ ਕਰਨੀ ਕਿਸਾਨੀ ਦੇ ਮਸਲੇ 'ਤੇ। 32 ਆਰਗੇਨਾਈਜੇਸ਼ਨ ਜਾਂ ਕਿਸਾਨ ਸੰਘਰਸ਼ ਸਮਿਤੀ ਵਗੈਰਾ ਜੋ ਵੀ ਸੀਗਾ, ਸਿੱਧਾ ਫੋਕਸ ਸੀਗਾ ਬਿੱਲਾਂ 'ਤੇ ਅਗੇਂਸਟ ਲੜਾਈ ਲੜਨੀ ਹੈ। ਇਸ ਦੇ ਵਿੱਚ ਕੋਈ ਆਪਣੀਆਂ ਰੋਟੀਆਂ ਸੇਕ ਜੇ ਪੋਲੀਟੀਕਲ,
ਉਹ ਉਹਨਾਂ ਨੇ ਅਲਾਉ ਨਹੀਂ ਕੀਤਾ। ਮੈਨੂੰ ਜਦੋਂ ਲੱਗਦਾ ਤੱਕ ਇੱਕ ਫੁਲਕਾ ਵੀ ਨਹੀਂ ਸ਼ਾਇਦ ਲਾਉਣ ਦਿੱਤਾ ਕਿਸੇ ਵੀ ਪਾਰਟੀ ਨੂੰ। ਰਵਨੀਤ ਬਿੱਟੂ ਹੋਰਾਂ ਨਾਲ ਵੀ ਮਾੜੀ ਕੀਤੀ, ਦਿੱਲੀ ਸਾਰਿਆਂ ਨਾਲ ਇੱਕੋ ਜਿਹਾ ਬਿਹੇਵ ਸੀ, ਇਹ ਵਧੀਆ ਗੱਲ ਸੀਗੀ। ਮੈਂ ਉਹੀ ਕਹਿ ਰਿਹਾ, ਇਹ ਕਿਸਾਨ ਅੰਦੋਲਨ ਦੀ ਇੱਕ ਵੱਡੀ ਸਟਰੈਂਥ ਸੀਗੀ, ਜਿਸ ਕਰਕੇ ਕਿਸਾਨ ਅੰਦੋਲਨ ਦੀ ਪਪੂਲੈਰਿਟੀ ਵੀ ਹੋਈ, ਜਿਸ ਕਰਕੇ ਕਿਸਾਨ ਅੰਦੋਲਨ ਇੱਕ ਫੋਰਸ ਬਣਿਆ ਜਿਹਨੇ ਇੱਕ ਦਿਨ ਆ ਕੇ ਪ੍ਰਾਈਮ ਮਿਨਿਸਟਰ ਨੂੰ ਆਪਣਾ ਹੀ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ। ਹੁਣ ਅੱਗੇ ਜਦ ਸਾਰਾ ਕੁਝ ਹੋ ਗਿਆ, ਲਾਜ਼ ਖਤਮ ਹੋ ਗਏ ਨੇ, ਤੇ ਹੁਣ ਕਿਸਾਨ ਅੱਗੇ ਕਿਹੜਾ ਰੁਖ ਅਖਤਿਆਰ ਕਰਦੇ ਨੇ? ਕੀ ਉਹ ਸਿਰਫ ਕਿਸਾਨੀ ਤੱਕ ਫੋਕਸ ਰਹਿੰਦੇ ਨੇ, ਜਾਂ ਇਹ ਸਾਰੀ ਚੀਜ਼ ਨੂੰ ਲੈ ਕੇ ਰਾਜਨੀਤਿਕ ਈਡੀਅਮ ਬਣਾਉਂਦੇ ਨੇ? ਜਿੱਦਾਂ ਚੁਰਨੀ ਆਪਣਾ ਹਰਿਆਣੇ ਤੋਂ ਜਿਹੜੇ ਨੇ ਗੁਰਨਾਮ ਸਿੰਘ ਜੀ, ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਇਸ ਥਾਟ ਨੂੰ ਪੋਲੀਟੀਸਾਈਜ਼ ਵੀ ਕਰਨਾ ਚਾਹੀਦਾ। ਪੋਲੀਟੀਸਾਈਜ਼ ਦਾ ਮਤਲਬ ਹੈ ਇਹਨੂੰ ਪੋਲੀਟੀਕਲ ਪਾਵਰ ਦੇਣੀ ਚਾਹੀਦੀ ਹੈ, ਇਹ ਉਹਨਾਂ ਦੀ ਮਾਨਤਾ ਸੀਗੀ। ਰਾਜੇਵਾਲ ਹੋਰੀ ਹੋ ਗਏ, ਜਿਹੜੇ ਬਾਕੀ ਕਿਸਾਨ ਨੇਤਾ ਸੀਗੇ, ਉਹਨਾਂ ਨੇ ਕਿਹਾ ਵੀ ਅਸੀਂ ਹਜੇ ਸਿਆਸਤ ਦੇ ਨਾਂ ਤੇ ਕੁਝ ਨਹੀਂ ਕਰਨਾ। ਪਰ ਕੁਝ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੱਖੋਵਾਲ ਗਰੁੱਪ ਹੈ, ਇੱਕ ਦੋ ਹੋਰ ਗਰੁੱਪ ਹੈ, ਉਹਨਾਂ ਦਾ ਇਹ ਕਹਿਣਾ ਸੀ ਵੱਡੇ ਲੀਡਰਾਂ ਦਾ ਕਿ ਪਹਿਲਾਂ ਜੰਗ ਜਿੱਤ ਲਈਏ, ਮੋਰਚਾ ਫਤਿਹ ਕਰ ਲਈਏ, ਉਦੋਂ ਬਾਅਦ ਸੋਚਾਂਗੇ ਸਿਆਸਤ ਵੱਲ। ਕੁਝ ਲੀਡਰਾਂ ਦਾ ਇਹ ਕਹਿਣਾ ਸੀ ਕਿ ਅਸੀਂ ਸਰਕਾਰ ਨੂੰ ਤਾਂ ਨਿੰਦ ਰਹੇ ਹਾਂ, ਪਰ ਸਾਨੂੰ ਕੁਝ ਨਾ ਕੁਝ ਬਦਲ ਦੇਣਾ ਪਏਗਾ, ਸਿਆਸੀ ਬਦਲ। ਇਹਦਾ ਮਤਲਬ ਸੋਚ ਸਕਦੇ ਆ ਸਿਆਸੀ ਬਦਲ ਬਾਰੇ ਕਿਸਾਨ ਆਗੂ? ਦੇਖੋ, ਇਹ ਗੱਲ ਠੀਕ ਹੈ। ਮੈਂ ਤਾਂ ਹੀ ਤੁਹਾਨੂੰ ਬਾਰ-ਬਾਰ ਨਿਵੇਦਨ ਕਰ ਰਿਹਾ ਕਿ ਅਗਲੇ 10-12 ਦਿਨਾਂ 'ਚ, ਹਫ਼ਤੇ 10 ਦਿਨ 'ਚ ਪਤਾ ਲੱਗੇਗਾ ਕਿ ਕਿਸਾਨ ਲੀਡਰਸ਼ਿਪ ਕਿਸਾਨਾਂ ਨੂੰ, ਜਾਂ ਇਹ ਜਿਹੜਾ ਇਮੋਸ਼ਨ ਇੱਕ ਬਣੀ ਸੀ ਜਾਂ ਇੱਕ ਲਹਿਰ ਬਣੀ ਹੈ, ਇਹਨੂੰ ਕੀ ਦਿਸ਼ਾ ਦੇਣਾ ਚਾਹਣਗੇ। ਕੀ ਇਹਨੂੰ ਸਿਆਸੀ ਪਾਰਟੀ ਆਪ ਬਣਾਉਣਗੇ? ਪਾਰਟੀ ਆਪ ਦਾ ਮਤਲਬ ਹੈ ਖੁਦ ਇੱਕ ਪਾਰਟੀ ਬਣੇਗੀ, ਜਾਂ ਉਹ ਕਿਸੇ ਪਾਰਟੀ ਨੂੰ ਅਲਾਈਨ ਕਰਨਗੇ, ਜਾਂ ਕਿਸ ਪਾਰਟੀ ਨੂੰ ਸਪੋਰਟ ਕਰਨਗੇ, ਜਾਂ ਆਪਣੇ ਇੰਡੀਪੈਂਡੈਂਟ ਕੈਂਡੀਡੇਟਸ ਖੜੇ ਕਰਨਗੇ, ਹੈ ਨਾ? ਇਹਦਾ ਇੱਕ ਪੋਲੀਟੀਕਲ ਰੁਖ ਪੰਜਾਬ ਦੇ ਅੰਦਰ ਕੀ ਹੋਣ ਵਾਲਾ ਹੈ, ਇਹ ਅਗਲੇ ਹਫ਼ਤੇ 10 ਦਿਨ 'ਚ ਕਲੀਅਰ ਹੋਏਗਾ, ਕਿਉਂਕਿ ਹਜੇ ਤਾਂ ਪ੍ਰੋਸੈਸ ਚੱਲ ਰਿਹਾ, ਹਜੇ ਉਹ ਵਾਪਸ ਆ ਰਹੇ ਨੇ, ਕਾਫੀ ਸਮਾਨ ਹੈਗਾ, ਤੇ ਮੈਨੂੰ ਲੱਗਦਾ 2-4 ਦਿਨ ਹਜੇ ਹੋਰ ਲੱਗਣਗੇ, ਜਦੋਂ ਤੱਕ ਕਿ ਪੂਰਾ ਆਪਣਾ ਘਰੀ ਵਾਪਸ ਜਾਣਗੇ, ਬੈਠਣਗੇ, ਤੇ ਫਿਰ ਇਹ ਸਾਰੇ ਥਾਟ ਦੀ ਚਰਨਿੰਗ ਹੋਏਗੀ ਵੀ ਅਸੀਂ ਫਤਿਹ ਤੇ ਕਰ ਰਹੇ ਹਾਂ, ਦਿੱਲੀ ਫਤਿਹ ਕਰ ਰਹੇ ਹਾਂ, ਕਿਲ੍ਹਾ ਫਤਿਹ ਕਰ ਰਹੇ ਹਾਂ। ਹੁਣ ਇਹ ਫਤਿਹ ਕਰਕੇ ਅੱਗੇ ਦਾ ਕੀ ਰੁਖ ਰੱਖਣਾ ਹੈਗਾ, ਇਹਨੂੰ ਸਿਆਸੀ ਰੂਪ ਕਿਉਂ ਦੇਣਾ ਹੈ, ਕੀ ਦੇਣਾ ਹੈ? ਪਰ ਆਪਾਂ ਇਹ ਤਾਂ ਕਹਿ ਸਕਦੇ ਹਾਂ ਕਿ ਕਿਸਾਨ ਸਪਸ਼ਟ ਫੈਸਲੇ ਕਰਨ ਜਾਂ ਨਾ ਕਰਨ ਸਿਆਸਤ ਬਾਰੇ, ਪਰ ਅਸਰ ਚੋਣਾਂ 'ਤੇ ਜ਼ਰੂਰ ਪਏਗਾ, ਇਹ ਤਾਂ ਆਪਾਂ ਕਹਿ ਸਕਦੇ ਹਾਂ। ਅਸਰ ਚੋਣਾਂ 'ਤੇ ਜ਼ਰੂਰ ਪਏਗਾ, ਕਿਉਂਕਿ ਆਪਣਾ ਜਿਹੜਾ ਪੰਜਾਬ ਹੈਗਾ ਇਹ ਐਗਰੀਕਲਚਰ ਸਟੇਟ ਹੈ, ਐਗਰੇਰੀਅਨ ਸਟੇਟ ਹੈ, ਤੇ ਸਾਡੀ ਸਾਰੀ ਇਕੋਨਮੀ ਐਗਰੀਕਲਚਰ ਬੇਸਡ ਹੈ, ਤੇ ਐਗਰੀਕਲਚਰ ਕਰਕੇ ਇਹ ਸਾਰਾ ਜਿਹੜਾ ਸੀਗਾ 1-1.5 ਸਾਲ ਤੋਂ ਆਪਣਾ ਸੰਘਰਸ਼ ਚੱਲ ਰਿਹਾ ਸੀਗਾ। ਇਹਦਾ ਜ਼ਰੂਰ ਕਿਸੇ ਨਾ ਕਿਤੇ ਅਸਰ ਪਏਗਾ। ਇਹਦੇ 'ਚ ਜਿਹੜੇ ਨੇ ਕਮਿਸ਼ਨ ਏਜੰਟਸ ਜਿਨ੍ਹਾਂ ਨੂੰ ਕਹਿੰਦੇ ਆਪਾਂ ਆੜ੍ਹਤੀਏ, ਉਹ ਵੀ ਵਿੱਚ ਆਉਣਗੇ। ਇਹਦੇ 'ਚ ਕਿਸਾਨ ਵੀ ਆਏਗਾ, ਇਹਦੇ 'ਚ ਕਿਸਾਨ ਮਜ਼ਦੂਰ ਵੀ ਆਏਗਾ, ਤੇ ਮੈਨੂੰ ਲੱਗਦਾ ਵੀ ਇਹ ਤਾਂ ਬਹੁਤ ਵੱਡਾ ਅਸਰ ਪੈਣ ਵਾਲਾ ਹੈ, ਬਹੁਤ ਵੱਡਾ ਅਸਰ। ਹੁਣ 17 ਤਰੀਕ ਨੂੰ 17 ਦਸੰਬਰ ਨੂੰ CM ਚੰਨੀ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਲੀਡਰਾਂ ਦੀ। ਉਹਦਾ ਕਿਤੇ ਇਹ ਪ੍ਰਭਾਵ ਤਾਂ ਨਹੀਂ ਜਾਏਗਾ ਕਿ ਕਾਂਗਰਸ ਨਾਲ ਮਿਲੀ ਭੁਗਤ ਹੋ ਗਈ ਕਿਸਾਨ ਆਗੂਆਂ ਦੀ, ਕਿਉਂਕਿ ਮੀਟਿੰਗ ਰੱਖੀ ਆ, ਸੱਦਾ ਪਹੁੰਚ ਗਿਆ। ਪਰ ਪਹਿਲਾਂ ਕਿਸਾਨ ਲੀਡਰਾਂ ਨੇ ਵੀ ਚੰਨੀ ਨੂੰ ਕਿਹਾ ਸੀ ਕਿ ਕੁਝ ਮਸਲਿਆਂ 'ਤੇ ਗੱਲ ਕਰਨੀ ਆ, ਭਾਵੇਂ ਕਿ ਕਿਸਾਨਾਂ ਦੇ ਕਹਿਣ 'ਤੇ ਮੀਟਿੰਗ ਰੱਖੀ ਗਈ ਆ। ਇਹਦੇ ਤੁਸੀਂ ਦੇਖਦੇ ਹੋ ਕਿ ਕੋਈ ਸਿਆਸੀ ਅਰਥ ਬਣਦੇ? ਦੇਖੋ, ਸਿਆਸੀ ਅਰਥ ਪੂਰਾ ਬਣਦਾ ਹੈਗਾ ਜਦੋਂ ਕਿਸਾਨ ਲੀਡਰ ਡਿਸਾਈਡ ਕਰ ਲੈਣ ਕਿ ਅਸੀਂ ਹੁਣ ਜਾ ਕੇ ਇਸ ਨੇਤਾ ਨੂੰ ਮਿਲਣਾ ਹੈ, ਅਸੀਂ ਚੀਫ ਮਿਨਿਸਟਰ ਨੂੰ ਮਿਲਣਾ ਹੈ, ਅਸੀਂ ਸੁਖਬੀਰ ਬਾਦਲ ਜੀ ਨੂੰ ਮਿਲਣਾ ਹੈ, ਜਾਂ ਅਸੀਂ ਇਹਨੂੰ ਮਿਲਣਾ, ਜਾਂ ਅਸੀਂ ਉਹਨੂੰ ਮਿਲਣਾ। ਇਹ ਜ਼ਾਹਿਰ ਹੈ ਕਿ ਉਹ ਕਿਤੇ ਨਾ ਕਿਤੇ ਹੁਣ ਸਾਰੀ ਚੀਜ਼ ਦਾ ਇੱਕ ਪੋਲੀਟੀਕਲ ਬੈਨੀਫਿਟ ਜਾਂ ਪੋਲੀਟੀਕਲ ਡੈਫੀਨੇਸ਼ਨ ਉਹਦੀ ਬਣਾਉਣ ਦੀ ਕੋਸ਼ਿਸ਼ ਹੋਏਗੀ। ਕਿਸ ਰੁਖ ਬੈਠਦੀ ਹੈ, ਇਹ ਮੈਨੂੰ ਲੱਗਦਾ ਵੀ ਇਸ ਵੇਲੇ ਕਹਿਣਾ ਬੜਾ ਮੁਸ਼ਕਿਲ ਹੈ। ਕਿ ਮੈਨੂੰ ਤਾਂ ਲੱਗਦਾ ਹੈ ਕਿ ਕਿਸਾਨ ਦੇ ਜਿਹੜੇ ਨੇਤਾ ਨੇ, ਉਹਨਾਂ ਦੇ ਦਿਮਾਗ 'ਚ ਵੀ ਕਿਤੇ ਨਾ ਕਿਤੇ ਹਜੇ ਮੰਥਨ ਚੱਲ ਰਿਹਾ ਹੋਣਾ, ਚਰਨਿੰਗ ਚੱਲ ਰਹੀ ਹੋਣੀ ਹੈ ਵੀ ਅਸੀਂ ਹੁਣ ਇੰਨੀ ਵੱਡੀ ਸ਼ਕਤੀ, ਇੰਨੀ ਵੱਡੀ ਜਿੱਤ ਲੈ ਕੇ ਆਏ ਹਾਂ, ਅੱਗੇ ਇਹਨੂੰ ਅਸੀਂ ਰੁਖ ਕੀ ਦੇਣਾ ਹੈ? ਕੋਈ ਐਸਾ ਰੁਖ ਨਾ ਦੇ ਦਈਏ ਜਿਹਦੇ ਕਰਕੇ ਜਿੰਨਾ ਅਸੀਂ ਮਿਹਨਤ ਕੀਤੀ ਹੈ, ਜਿੰਨਾ ਅਸੀਂ ਸੰਘਰਸ਼ ਕੀਤਾ ਹੈ, ਉਹਦੇ 'ਤੇ ਕਿਸੇ ਤਰ੍ਹਾਂ ਦੀ ਕੋਈ ਉਹਦੇ 'ਤੇ ਧੱਬਾ ਨਾ ਲੱਗੇ। ਭਾਰਦਵਾਜ ਜੀ, ਤੁਹਾਡਾ ਵੀ ਪੱਤਰਕਾਰੀ ਦਾ ਲੰਮਾ ਤਜਰਬਾ, ਦਿੱਲੀ ਵੀ ਤੁਸੀਂ ਰਿਪੋਰਟਿੰਗ ਕਰਦੇ ਰਹੇ ਹੋ, ਪੰਜਾਬ 'ਚ ਵੀ ਲੰਮਾ ਸਮਾਂ ਲਾਇਆ। ਤੁਹਾਡੀ ਨਿੱਜੀ ਰਾਏ ਕੀ ਹੈ ਕਿ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਸਿਆਸਤ ਵਿੱਚ ਕੁੱਦ ਜਾਣਾ ਚਾਹੀਦਾ ਜਾਂ ਨਹੀਂ? ਦੇਖੋ, ਹਜੇ ਤੱਕ ਮੇਰੀ ਨਿੱਜੀ ਰਾਏ ਮੈਂ ਹਜੇ ਆਰਟੀਕੂਲੇਟ ਨਹੀਂ ਕੀਤੀ, ਬਟ ਇਹ ਹੈ ਕਿ ਠੀਕ ਹੈ, ਕਿਸਾਨ ਹਮੇਸ਼ਾ ਇੱਕ ਫੋਰਸ ਰਹੇ ਨੇ ਪੰਜਾਬ ਦੇ ਅੰਦਰ। ਅਸੀਂ ਜਾਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੈਕਬੋਨ ਹੈਗੀ ਹੈ, ਰੀੜ੍ਹ ਦੀ ਹੱਡੀ ਹੈ, ਉਹ ਸਾਰੇ ਕਿਸਾਨ ਨੇ, ਠੀਕ ਹੈ। ਇਸ ਕਰਕੇ ਕਿਸਾਨ ਜਿਹੜੇ ਨੇ ਬੜਾ ਇੰਪੋਰਟੈਂਟ ਫੈਕਟਰ ਹੈਗਾ।
ਉਹਨਾਂ ਨੂੰ ਹੁਣ ਪੋਲੀਟੀਸਾਈਜ਼ ਆਪਣੇ ਆਪ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿ ਯੈਸ ਮੈਂ ਇਸ ਗੱਲ ਦਾ ਤੇ ਜ਼ਰੂਰ ਹਿਮਾਇਤੀ ਹਾਂ ਕਿ ਕਿਸਾਨਾਂ ਨੂੰ ਜਿਸ ਵਿਚਾਰ ਨੂੰ ਲੈ ਕੇ ਉਹਨਾਂ ਨੇ ਸੰਘਰਸ਼ ਕੀਤਾ ਹੈ, ਹੁਣ ਇਸ ਵਿਚਾਰ ਨੂੰ ਲੈ ਕੇ ਸੰਘਰਸ਼ ਜਿਹੜਾ ਜਿੱਥੇ ਤੱਕ ਸੀਗਾ ਉਹ ਤੇ ਜਿੱਤ ਲਿਆ ਇਹਨਾਂ ਨੇ। ਹੁਣ ਮੈਂ ਚਾਹਾਂਗਾ ਕਿ ਪੰਜਾਬ ਦਾ ਕਿਸਾਨ ਇਸ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਵੇ ਤਾਂ ਕਿ ਪੰਜਾਬ ਦੇ ਕਿਸਾਨੀਅਤ ਦਾ ਜਿਹੜਾ ਕਾਲਾ ਅਧਿਆਇ ਹੈ, ਜਿਹਦੇ 'ਚ ਆਪਾਂ ਦੇਖਿਆ ਕਿ ਬੜੇ ਹੈਵੀ ਡੈਟਸ ਹੋ ਗਏ ਨੇ, ਜਿਹਦੇ 'ਚ ਆਪਾਂ ਦੇਖਿਆ ਕਿ ਬਹੁਤ ਸੁਸਾਈਡਸ ਹੋ ਰਹੇ ਨੇ, ਜਿਹਦੇ 'ਚ ਆਪਾਂ ਦੇਖਿਆ ਕਿ ਕਿਸਾਨਾਂ ਦੀ ਹਾਲਤ ਜਿਹੜੀ ਹੈ ਕਮਜ਼ੋਰ ਤੇ ਕਮਜ਼ੋਰ ਹੁੰਦੀ ਜਾ ਰਹੀ ਹੈ। ਇੱਕ ਤਾਂ ਜ਼ਮੀਨਾਂ ਦੀ ਲੈਂਡ ਹੋਲਡਿੰਗ ਜਿਹੜੀ ਹੈਗੀ ਉਹ ਘਟਦੀ ਜਾ ਰਹੀ ਹੈ। ਕਿਸਾਨੀਅਤ ਨੂੰ ਕਿਸਾਨ ਛੱਡ ਕੇ ਕੁਝ ਹੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਦੀ ਐਗਰੀਕਲਚਰ ਸੀਰੀਅਸ ਕ੍ਰਾਈਸਿਸ 'ਚ ਹੈਗੀ ਹੈ ਆਲਰੇਡੀ, ਤੇ ਮੈਂ ਚਾਹੁੰਦਾ ਕਿ ਇਹ 3 ਬਿੱਲਾਂ ਤੋਂ ਨਿਕਲ ਕੇ, ਹੁਣ 3 ਬਿੱਲਾਂ ਤੇ ਉਹਨਾਂ ਨੇ ਜਿੱਤ ਪਾ ਲਈ ਹੈ, ਇਹ ਤੋਂ ਅੱਗੇ ਵੀ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਾਨ ਨੇਤਾਵਾਂ ਨੂੰ, ਤਾਂ ਕਿ ਕਿਸਾਨੀਅਤ ਜਿਹੜੀ ਹੈਗੀ ਹੈ ਜਾਂ ਜਿਹੜੀ ਫਾਰਮਿੰਗ ਹੈ ਪੰਜਾਬ ਦੀ ਉਹ ਇੱਕ ਨਵਾਂ ਰੂਪ ਲਵੇ, ਇੱਕ ਨਵਾਂ ਰੁਖ ਲਵੇ, ਤਾਂ ਕਿ ਦੁਬਾਰਾ ਗ੍ਰੀਨ ਰੈਵੋਲੂਸ਼ਨ ਜਾਂ ਕੋਈ ਵੀ ਹੋਰ ਰੈਵੋਲੂਸ਼ਨ ਜਿਹੜਾ ਹੈਗਾ ਉਹ ਕਿਸਾਨੀ ਇੱਕ ਕਿਸਾਨ ਦੇ ਚਿਹਰੇ ਤੇ ਦੁਬਾਰਾ ਮੁਸਕਾਨ ਆਵੇ। ਸੱਤਾ ਵਿੱਚ ਹਿੱਸੇਦਾਰੀ ਲੈਣੀ ਚਾਹੀਦੀ ਹੈ ਤਾਂ ਕਿ ਆਪਣੇ ਫੈਸਲੇ ਉਹ ਖੁਦ ਕਰ ਸਕਣ ਕਿਸਾਨ। ਇਹ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ। ਹੁਣ ਸੱਤਾ 'ਚ ਨਹੀਂ ਸੀਗੇ ਕਿਸਾਨ ਜਦੋਂ 3 ਬਿੱਲ ਵਾਪਸ ਲੈ ਲਏ ਗਏ, ਲੇਕਿਨ ਕਿਸਾਨਾਂ ਨੂੰ ਇੱਕ ਫੋਰਸ ਬਣ ਕੇ ਜ਼ਰੂਰ ਚੱਲਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਆਪਣਾ ਜਿਹੜਾ ਫੇਟ ਹੈ, ਜਿਹੜਾ ਆਪਣਾ ਉਹਨਾਂ ਦੀ ਪਲਾਈਟ ਹੈ, ਜਿਹੜੀ ਆਪਣੀ ਉਹਨਾਂ ਦੀ ਹਾਲਤ ਹੈ, ਉਹ ਇੰਨੀ ਦਇਨੀय ਨਾ ਰਵੇ, ਇੰਨੀ ਮਾੜੀ ਨਾ ਰਵੇ ਕਿ ਉਹਨਾਂ ਨੂੰ ਕਿਸਾਨੀ ਵੀ ਛੱਡਣੀ ਪਵੇ। ਅਸੀਂ ਜਾਣਦੇ ਹਾਂ ਪੰਜਾਬ ਦੇ ਕਈ ਪਿੰਡਾਂ 'ਤੇ ਲਿਖਿਆ ਹੁੰਦਾ ਸੀਗਾ ਬਾਹਰ ਕਿ ਇਹ ਪਿੰਡ ਵਿਕਾਊ ਹੈ। ਜ਼ਾਹਿਰ ਹੈ ਕਿ ਉਹ ਕਿਸਾਨ ਆਪਣਾ ਕੰਮ ਨਹੀਂ ਸੀ ਕਰ ਪਾ ਰਹੇ, ਉਹਨਾਂ ਤੋਂ ਰਿਟਰਨ ਨਹੀਂ ਸੀ ਮਿਲ ਰਹੀ, ਉਹਨਾਂ ਨੂੰ ਆਮਦਨੀ ਨਹੀਂ ਸੀ ਹੋ ਰਹੀ, ਉਹਨਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਸੀਗੀ, ਕਰਜ਼ੇ ਦੇ ਥੱਲੇ ਦੱਬੇ ਹੋਏ ਸੀ, ਕਦੇ ਸੁਸਾਈਡ ਕਰ ਰਹੇ ਨੇ, ਕਦੇ ਕੁਝ ਕਰ ਰਹੇ ਨੇ, ਕਦੇ ਕੁਝ ਕਰ ਰਹੇ ਨੇ। ਤੇ ਕਿਸਾਨੀਅਤ ਜਿਹੜੀ ਆਪਣੇ ਫਾਰਮਿੰਗ ਜਿਹੜੀ ਹੈ ਐਗਰੀਕਲਚਰ ਪੰਜਾਬ ਦੇ ਅੰਦਰ ਇਸ ਵੇਲੇ ਬਹੁਤ ਗੰਭੀਰ ਅਵਸਥਾ 'ਚ ਹੈ। ਇਹਨੂੰ ਜ਼ਿੰਦਾ ਕਰਨ ਦੀ ਲੋੜ ਹੈ। ਇਹਦਾ ਗਰੋਥ ਰੇਟ ਤੁਹਾਨੂੰ ਮਤਲਬ ਐਸੇ ਆਪਾਂ ਸ਼ੇਅਰ ਕਰੀਏ ਤੇ ਜ਼ੀਰੋ ਦੇ ਆਲੇ ਦੁਆਲੇ ਆ, ਕਦੇ ਮਾਈਨਸ ਹੋ ਜਾਂਦਾ, ਕਦੇ ਪਲੱਸ ਪੁਆਇੰਟ ਕਿਉਂ ਹੋ ਜਾਂਦਾ। ਹਾਲਾਂਕਿ ਹਰਿਆਣਾ ਜਿਹੜੀ ਸਾਡੀ ਨੇਬਰਿੰਗ ਸਟੇਟ ਹੈ ਉਹਦਾ ਐਗਰੀਕਲਚਰ ਗਰੋਥ ਰੇਟ 6% ਤੋਂ ਵੀ ਉੱਪਰ ਹੈ। ਤੇ ਪੰਜਾਬ ਕਿਤੇ ਨਾ ਕਿਤੇ ਆਪਣੀ ਸਾਰੀ ਐਗਰੀਕਲਚਰ ਨੂੰ ਦੁਬਾਰਾ ਰੀਡਿਫਾਈਨ ਕਰਨ ਦੀ ਲੋੜ ਹੈ। ਕਿਸਾਨ ਆਪਣੇ ਆਪ 'ਚ ਇੱਕ ਫੋਰਸ ਬਣ ਕੇ ਨਿਕਲ ਕੇ ਆਏ ਨੇ। ਮੈਂ ਸਿਰਫ ਇਹ ਆਸ਼ਾ ਕਰਦਾ ਕਿ ਜਿਹੜੀ ਫੋਰਸ ਬਣ ਕੇ ਨਿਕਲ ਕੇ ਆਏ ਨੇ, ਕਿਸਾਨ ਦਾ ਜਿਹੜਾ ਭਾਗ ਹੈ, ਕਿਸਾਨ ਦਾ ਜਿਹੜਾ ਮੱਥੇ ਦੀ ਲਕੀਰਾਂ ਨੇ, ਕਿਸਾਨ ਦੇ ਜਿਹੜੀ ਚਿਹਰੇ ਤੇ ਉਦਾਸੀ ਹੈ, ਉਹਨੂੰ ਦੂਰ ਕਰ ਸਕੇ। ਉਹ ਭਾਵੇਂ ਪੋਲੀਟੀਕਲ ਪਾਰਟੀ ਨਾਲ ਮਿਲ ਕੇ ਕਰਦੀ ਹੈ, ਉਹ ਇੱਕ ਅਲੱਗ ਡਾਇਮੈਂਸ਼ਨ ਹੈ। ਜਿਸ ਤਰੀਕੇ ਨਾਲ ਇਹਨਾਂ ਨੇ 3 ਬਿੱਲ ਵਾਪਸ ਕਰਾਏ ਨੇ, ਉਹ ਅਲੱਗ ਡਾਇਮੈਂਸ਼ਨ ਹੈ। ਤੁਹਾਡੇ ਕਹਿਣ ਦਾ ਮਤਲਬ ਕਿ ਜਿਸ ਤਰ੍ਹਾਂ ਦੀ ਤਾਕਤ ਦਾ ਮੁਜ਼ਾਹਰਾ ਦਿੱਲੀ ਕੀਤਾ ਕਿਸਾਨਾਂ ਨੇ, ਉਸ ਤਰ੍ਹਾਂ ਦੀ ਤਾਕਤ ਦਾ ਮੁਜ਼ਾਹਰਾ ਭਵਿੱਖ 'ਚ ਪੰਜਾਬ 'ਚ ਕਰਨ। 32 ਕਿਸਾਨ ਜਥੇਬੰਦੀਆਂ ਇਕਜੁੱਟ ਹੋਣ, ਕਿਸਾਨੀ ਮਜ਼ਦੂਰਾਂ ਦੇ ਮਸਲਿਆਂ 'ਤੇ ਉਹ ਲਗਾਤਾਰ ਸੰਘਰਸ਼ ਕਰਨ, ਜਾਂ ਕਹਿ ਲਓ ਕਿ ਆਪਣੀ ਤਾਕਤ ਬਣਾਈ ਰੱਖਣ, ਤਾਂ ਕਿ ਉਹਨਾਂ ਦਾ ਜਿਹੜਾ ਹੈਗਾ ਜੋ ਮੰਗਾਂ ਨੇ ਸਰਕਾਰਾਂ ਸੌਖ ਨਾਲ ਮੰਨ ਸਕਣ। ਇਹ ਤਾਂ ਜ਼ਰੂਰ ਹੋਣਾ ਚਾਹੀਦਾ। ਸਿਆਸਤ ਦੇ ਵਿੱਚ ਭਾਗ ਲੈਣਾ ਨਾ ਲੈਣਾ ਇਹ ਬਾਅਦ ਦੀ ਗੱਲ ਹੈ। ਇਹ ਬਾਤ ਮੈਂ ਬਿਲਕੁਲ ਇਹੀ ਕਹਿਣਾ। ਜੇ ਜਿਸ ਤਰ੍ਹਾਂ ਹੁਣ ਹਰਿਆਣੇ ਵਾਲੇ ਚੁੰਨੀ ਕਹਿ ਰਹੇ ਸੀਗੇ ਕਿ ਕਿਸਾਨ ਕੋਲ ਇੰਨੀ ਸ਼ਕਤੀ ਆ ਗਈ ਹੈ, ਲੇਕਿਨ ਇਹਨੂੰ ਸਾਨੂੰ ਰਾਜਨੀਤਿਕ ਪਾਵਰ ਲੈਣ ਦੀ ਵੀ ਲੋੜ ਹੈ। ਉਹ ਉਹਨਾਂ ਦੀ ਪਰਿਭਾਸ਼ਾ ਹੈ। ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਨੇ ਆਪਣੀ ਸ਼ਕਤੀ ਰਿਅਲਾਈਜ਼ ਕਰ ਲਈ ਹੈ। ਇਹਨੂੰ ਹੁਣ ਕਿਸ ਤਰ੍ਹਾਂ ਕਿਸਾਨ ਦਾ ਭਵਿੱਖ ਪੰਜਾਬ ਦੇ ਅੰਦਰ ਉਹ ਹੋਰ ਜ਼ਿਆਦਾ ਉਜਾਗਰ ਹੋਵੇ, ਹੋਰ ਜ਼ਿਆਦਾ ਬ੍ਰਾਈਟ ਹੋਵੇ, ਕਿਸਾਨ ਦੇ ਚਿਹਰੇ 'ਤੇ ਮੁਸਕਾਨ ਆਵੇ, ਕਿਸਾਨ ਭੰਗੜੇ ਪਾਵੇ, ਅਸੀਂ ਸਾਰੇ ਭੰਗੜੇ ਪਾਈਏ ਕਿਸਾਨੀਅਤ ਨੂੰ ਲੈ ਕੇ। ਇਹਦੇ ਲਈ ਅੱਗੇ ਚੱਲਣਾ ਚਾਹੀਦਾ ਕਿਸਾਨ ਨੂੰ। ਇਹ ਹੁਣ ਸੋਚਣਾ ਪਏਗਾ ਕਿ ਕੀ ਕਿਸਾਨ ਅਕੇਲਾ ਪਾਵਰ 'ਚ ਰਹਿ ਕੇ ਰਹਿ ਸਕਦਾ ਹੈ ਜਾਂ ਪੋਲੀਟੀਕਲ ਪਾਰਟੀ 'ਚ ਰਹਿ। ਠੀਕ ਹੈ। ਸੋ ਇਹ ਸਨ ਸੀਨੀਅਰ ਪੱਤਰਕਾਰ ਅਜੇ ਭਾਰਦਵਾਜ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਨੂੰ ਆਪਣੀ ਤਾਕਤ ਇਕਜੁੱਟ ਰੱਖਣੀ ਚਾਹੀਦੀ ਹੈ ਤਾਂ ਕਿ ਕਿਸਾਨੀ ਦੇ ਚਾਅ ਮਲਾਰ ਪੂਰੇ ਕਰਨ ਵਾਸਤੇ ਇੱਕ ਜੱਦੋਜਹਿਦ ਹੋਵੇ, ਇੱਕ ਪੰਜਾਬ ਨੂੰ ਸੰਵਾਰਨ ਦੀ ਗੱਲ ਹੋਵੇ, ਸਿਆਸੀ ਜੋ ਗੰਧਲਾਪਣਾ ਇਹਨੂੰ ਦੂਰ ਕਰਨ ਦੀ ਵੀ ਗੱਲ ਹੋਵੇ। ਸੋ ਇਹਨਾਂ ਦਾ ਕਹਿਣਾ ਹੈ ਕਿ ਕਿਸਾਨੀ ਤਾਕਤ ਖਿਲਰ ਨਾ ਜਾਵੇ, ਇਸ ਪਾਸੇ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तुड़वाओ, रुस्से नूं मनाउणा। हुणे कॉल करो बाबा सलीम खान 98 199 37 467।